ਹੈਲੋ ਸਟੂਡੈਂਟਸ, ਹਾਊ ਆਰ ਯੂ। ਸੋ ਬੇਟਾ ਅੱਜ ਆਪਾਂ ਆਪਣਾ 8ਵੀਂ ਸ਼੍ਰੇਣੀ ਦਾ 24ਵਾਂ ਚੈਪਟਰ ਹੈ ਨਾਗਰਿਕ ਸ਼ਾਸਤਰ ਦਾ ਸੰਵਿਧਾਨ ਅਤੇ ਕਾਨੂੰਨ ਉਹਦੇ ਬਾਰੇ ਪੜ੍ਹਾਂਗੇ। ਸੋ ਆਪਾਂ ਸਟਾਰਟ ਕਰਦੇ ਹਾਂ। ਸੰਵਿਧਾਨ, ਪਹਿਲਾਂ ਤਾਂ ਆਪਾਂ ਲਿਟਰੇਲੀ ਕੌਨਸਟੀਟਿਊਸ਼ਨ ਆਫ ਇੰਡੀਆ ਬਾਰੇ ਗੱਲ ਕਰੀਏ ਵੀ ਇਹ ਕੀ ਹੈ। ਉਹ ਨਿਯਮਾਂ ਦਾ ਸਮੂਹ ਜਿਸ ਦੇ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਪਾਵਰਸ ਆਫ ਦਾ ਗਵਰਨਮੈਂਟ, ਜਿਹੜੀ ਸੱਤਾਧਾਰੀ ਸਰਕਾਰ ਹੈ ਉਸ ਦੀਆਂ ਸ਼ਕਤੀਆਂ, ਪ੍ਰਜਾ ਭਾਵ ਲੋਕਾਂ ਦਾ ਰਾਜ ਦੇ ਅਧਿਕਾਰਾਂ ਅਤੇ ਇਹਨਾਂ ਦੋਵਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਸੰਵਿਧਾਨ ਇੱਕ ਅਜਿਹੀ ਕੜੀ ਹੈ, ਇੱਕ ਅਜਿਹੀ ਚੇਨ ਹੈ ਜਿਹਦੇ ਵਿੱਚ ਸਰਕਾਰ ਦੀਆਂ ਸ਼ਕਤੀਆਂ ਅਤੇ ਲੋਕਾਂ ਦੇ ਅਧਿਕਾਰਾਂ ਨੂੰ, ਉੱਥੋਂ ਦੀ ਰਹਿਣ ਵਾਲੀ ਜਨਤਾ ਦੇ, ਪ੍ਰਜਾ ਦੇ ਅਧਿਕਾਰਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ, ਭਾਵ ਫਿਕਸ ਕੀਤਾ ਜਾਂਦਾ ਹੈ। ਸੋ ਆਪਾਂ ਜੇ ਸੰਵਿਧਾਨ ਦੀ ਗੱਲ ਕਰੀਏ, ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਦੇ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਹੈ, ਜਿਹਦੇ ਅਕੋਰਡਿੰਗਲੀ ਅਸੀਂ ਦੇਸ਼ ਨੂੰ ਚਲਾਉਂਦੇ ਹਾਂ। ਰੂਲਸ ਐਂਡ ਰੈਗੂਲੇਸ਼ਨ ਦਾ ਇੱਕ ਸੰਗ੍ਰਹਿ ਹੈ। ਸੋ ਦੇਸ਼ ਦੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਇਸੇ ਅਨੁਸਾਰ ਹੀ ਆਪਣਾ ਰਾਜ ਪ੍ਰਬੰਧ ਚਲਾਉਂਦੀਆਂ ਹਨ। ਵੀ ਸੈਂਟਰਲ ਗੌਰਮੈਂਟ ਐਂਡ ਸਟੇਟ ਗੌਰਮੈਂਟਸ ਨੇ ਜਿਹੜੀਆਂ, ਉਹ ਸੰਵਿਧਾਨ ਦੇ ਅਨੁਸਾਰ ਹੀ ਆਪਣਾ ਸ਼ਾਸਨ ਚਲਾਉਂਦੀਆਂ ਨੇ। ਸੰਵਿਧਾਨ ਦੇਸ਼ ਦੇ ਦੂਸਰੇ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ। ਭਾਵ ਕੀ ਹੈ ਵੀ ਜਿਹੜਾ ਸਾਡਾ ਸੰਵਿਧਾਨ ਹੈ ਉਹ ਸਭ ਤੋਂ ਉੱਪਰ ਹੈ, ਸਾਰੇ ਕਾਨੂੰਨਾਂ ਤੋਂ ਉੱਪਰ ਹੈ। ਦੇਸ਼ ਦੇ ਸਭ ਤੋਂ ਉੱਪਰ ਟੌਪ ਦੇ ਉੱਤੇ ਕੀ ਹੈ? ਸੰਵਿਧਾਨ। ਇਸ ਤੋਂ ਉੱਪਰ ਹੋਰ ਕੁਝ ਵੀ ਨਹੀਂ ਹੈ। ਸੋ ਸੰਵਿਧਾਨ ਬਣਾਉਣ ਵਾਸਤੇ ਸਾਨੂੰ ਕਾਫੀ ਜਹਿਦ ਕਰਨੀ ਪਈ ਸੀ। ਆਜ਼ਾਦੀ ਤੋਂ ਮਗਰੋਂ, ਆਜ਼ਾਦੀ ਸਮੇਂ ਭਾਰਤੀ ਸੰਵਿਧਾਨ ਨੂੰ ਬਣਾਉਣ ਲਈ ਇੱਕ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ। ਕਹਿੰਦਾ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ 19 ਨਵੰਬਰ 1946 ਨੂੰ ਸੰਵਿਧਾਨ ਸਭਾ ਦੀ ਚੋਣ ਕੀਤੀ ਗਈ। ਸੰਵਿਧਾਨ ਸਭਾ ਦਾ ਪ੍ਰਧਾਨ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਬਣਾਇਆ ਗਿਆ ਸੀ। ਇਹ ਯਾਦ ਰੱਖਿਓ। ਇਹ ਸੰਵਿਧਾਨ ਸਭਾ ਨੇ ਕੁੱਲ 11 ਮੀਟਿੰਗਾਂ ਕੀਤੀਆਂ ਸੀ, 11 ਸਮਾਗਮ ਕੀਤੇ ਸੀ, ਜਿਹਦੇ ਵਿੱਚ ਇਹਨਾਂ ਨੇ ਸੰਵਿਧਾਨ ਦੇ ਵਿੱਚ ਕੀ ਕੁਛ ਹੋਣਾ ਚਾਹੀਦਾ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਵਿਆਖਿਆ ਕੀਤੀ ਸੀ। ਸੋ ਸੰਵਿਧਾਨ ਸਭਾ ਦੇ ਵਿੱਚ ਗਾਹਾਂ ਕਈ ਕਮੇਟੀਆਂ ਬਣੀਆਂ ਸੀ, ਜਿਹਦੇ ਵਿੱਚੋਂ ਸੰਵਿਧਾਨ ਨਾਲ ਸੰਬੰਧਿਤ ਇੱਕ ਮੁੱਖ ਕਮੇਟੀ ਹੈ, ਉਹ ਸੀ ਮਸੌਦਾ ਕਮੇਟੀ। ਬੇਟਾ ਮਸੌਦਾ ਤੋਂ ਭਾਵ ਲਿਖਣ ਵਾਲੇ, ਉਹ ਕਮੇਟੀ ਜਿਹਨੇ ਸਾਰਾ ਸੰਵਿਧਾਨ ਲਿਖਿਆ ਸੀ। ਸੰਵਿਧਾਨ ਨੂੰ ਅੰਤਿਮ ਰੂਪ ਦੇਣ ਲਈ 29 ਅਗਸਤ 1947 ਨੂੰ ਡਾਕਟਰ ਬੀ ਆਰ ਅੰਬੇਦਕਰ, ਭਾਵ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਧਾਨਗੀ ਹੇਠ 7 ਮੈਂਬਰਾਂ ਦੀ ਇੱਕ ਕਮੇਟੀ ਬਣਾਈ, ਜਿਹਨੂੰ ਅਸੀਂ ਮਸੌਦਾ ਕਮੇਟੀ ਬੋਲਦੇ ਹਾਂ। ਇਹਦੇ ਪ੍ਰਧਾਨ ਸੀਗੇ ਡਾਕਟਰ ਬੀ ਆਰ ਅੰਬੇਦਕਰ। ਸੋ ਇਹ ਕਮੇਟੀ ਦਾ ਕੰਮ ਕੀ ਸੀ? ਸੰਵਿਧਾਨ ਨੂੰ ਲਿਖਣਾ। ਸੋ ਸਾਰਾ ਸੰਵਿਧਾਨ ਦਾ ਲਿਖਣ ਦਾ ਕੰਮ ਕਿਹਨੇ ਕੀਤਾ ਸੀ? ਮਸੌਦਾ ਕਮੇਟੀ ਨੇ ਕੀਤਾ ਸੀ। ਸੋ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਾਸਤੇ ਸਾਨੂੰ ਬੜਾ ਸਮਾਂ ਲੱਗਿਆ ਸੀ, 2 ਸਾਲ 11 ਮਹੀਨੇ 18 ਦਿਨ। ਇਹ ਯਾਦ ਰੱਖਣਾ ਹੈ, ਭਾਰਤੀ ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਿਆ? 2 ਸਾਲ 11 ਮਹੀਨੇ 18 ਦਿਨ। ਭਾਰਤੀ ਸੰਵਿਧਾਨ ਬਣ ਕੇ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ। ਬਹੁਤ ਹੀ ਮਹੱਤਵਪੂਰਨ ਪੁਆਇੰਟ ਹੈ ਵੀ ਭਾਰਤੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋ ਗਿਆ ਸੀ? 26 ਨਵੰਬਰ 1949। ਪਰ ਇਸ ਨੂੰ ਅਸੀਂ ਲਾਗੂ ਕਦੋਂ ਹੋਇਆ? ਭਾਰਤੀ ਸੰਵਿਧਾਨ 26 ਜਨਵਰੀ 1950। ਇਹ ਯਾਦ ਰੱਖਣਾ ਹੈ, ਭਾਰਤੀ ਸੰਵਿਧਾਨ ਲਾਗੂ ਕਿਸ ਦਿਨ ਕੀਤਾ ਗਿਆ? 26 ਜਨਵਰੀ 1950। ਇਹਦੇ ਪਿੱਛੇ ਬੇਟਾ ਇੱਕ ਕਹਾਣੀ ਆਪਾਂ ਛੋਟਾ ਜਿਹਾ ਉਹਦੇ ਬਾਰੇ ਕਲਿੱਪ ਦੇਖਦੇ ਹਾਂ। ਕਹਾਣੀ ਦਾ ਕੀ ਸੀ? ਕਿਉਂਕਿ ਜਦੋਂ ਅਸੀਂ ਗੁਲਾਮ ਸੀ ਤਾਂ 31 ਦਸੰਬਰ 1929 ਨੂੰ ਲਾਹੌਰ ਵਿਖੇ ਰਾਵੀ ਦਰਿਆ ਦੇ ਕੰਢੇ ਪਹਿਲੀ ਵਾਰ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ ਸੀ। ਭਾਵ ਇਹ ਕਿਹਾ ਗਿਆ ਸੀ ਵੀ ਸਾਨੂੰ ਪੂਰਨ ਆਜ਼ਾਦੀ ਚਾਹੀਦੀ ਹੈ। ਇਸ ਦਿਨ ਦੇ ਲਈ ਅਸੀਂ 26 ਜਨਵਰੀ 1930 ਨੂੰ ਸਮੁੱਚੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਸੀ। ਸੋ ਇਹ 26 ਜਨਵਰੀ 1930 ਦੇ ਦਿਨ ਨੂੰ ਯਾਦ ਰੱਖਣ ਵਾਸਤੇ ਅਸੀਂ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਸੋ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਵੀ ਆਖਿਆ ਜਾਂਦਾ, ਕਿਉਂਕਿ ਮਸੌਦਾ ਕਮੇਟੀ ਦੇ ਪ੍ਰਧਾਨ ਸੀਗੇ। ਆਪਾਂ ਨੀਚੇ ਦੇਖਾਂਗੇ, ਤੁਹਾਡੇ ਸਾਹਮਣੇ ਆ ਗਏ ਡਾਕਟਰ ਰਾਜਿੰਦਰ ਪ੍ਰਸਾਦ ਜੀ, ਸੰਵਿਧਾਨ ਸਭਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਇਹਨਾਂ ਨੂੰ। ਇਹਨਾਂ ਦੀ ਫੋਟੋ ਹੈ ਇੱਧਰਲੇ ਪਾਸੇ ਖੱਬੇ ਪਾਸੇ, ਅਤੇ ਸੱਜੇ ਪਾਸੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਫੋਟੋ ਹੈ, ਜਿਹੜੇ ਮਸੌਦਾ ਕਮੇਟੀ ਦੇ ਪ੍ਰਧਾਨ ਸੀਗੇ। ਸੋ ਮੈਨੂੰ ਲੱਗਦਾ ਤੁਹਾਨੂੰ ਇੱਥੋਂ ਤੱਕ ਸਾਰਾ ਸਮਝ ਆ ਗਿਆ ਹੋਊਗਾ। ਆਪਾਂ ਅੱਗੇ ਚੱਲਦੇ ਹਾਂ। ਹੁਣ ਕਾਨੂੰਨ ਕੀ ਹੁੰਦਾ ਹੈ? ਬੇਟਾ ਸਮਾਜਿਕ ਜੀਵਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਾਨੂੰ ਨਿਯਮਿਤ ਰੂਪ ਦੇ ਵਿੱਚ ਕਾਰਜ ਕਰਨ ਲਈ, ਇੱਕ ਸਿਮੈਟਰੀਕਲ ਕੰਮ ਕਰਨ ਵਾਸਤੇ ਸਾਨੂੰ ਕੁਝ ਨਿਯਮਾਂ ਦੀ ਜ਼ਰੂਰਤ ਪੈਂਦੀ ਹੈ, ਕੁਝ ਰੂਲਸ ਐਂਡ ਰੈਗੂਲੇਸ਼ਨ ਦੀ ਜ਼ਰੂਰਤ ਪੈਂਦੀ ਹੈ ਨਾ। ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਕਾਨੂੰਨ ਦਾ ਨਾਮ ਦਿੱਤਾ ਜਾਂਦਾ ਹੈ। ਕਾਨੂੰਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਸ਼ਬਦ ਲਾਅ ਦਾ ਅਨੁਵਾਦ ਹੈ। ਇਸ ਦੀ ਉਤਪਤੀ ਲੈਗ ਤੋਂ ਹੋਈ ਹੈ, ਜਿਸ ਦਾ ਅਰਥ ਹੁੰਦਾ ਹੈ ਨਿਸ਼ਚਿਤ ਕਰਨਾ, ਫਿਕਸ ਕਰ ਦੇਣਾ। ਆਪਾਂ ਇਹ ਕਹਿੰਦੇ ਵੀ ਆਹ ਡਿਊਟੀ ਤੁਹਾਡੀਆਂ ਫਿਕਸ ਹੋ ਗਈਆਂ, ਇਹ ਕਾਨੂੰਨ ਦੇ ਅਨੁਸਾਰ ਐਂ ਹੋਣਾ ਚਾਹੀਦਾ। ਭਾਵ ਇੱਕ ਕੰਮ ਨੂੰ ਕਰਨ ਦੀ ਨਿਸ਼ਚਿਤਤਾ ਦੇ ਦੇਣਾ, ਉਸ ਨੂੰ ਅਸੀਂ ਕਾਨੂੰਨ ਬੋਲਦੇ ਹਾਂ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਕੀਤਾ ਗਿਆ। ਬਹੁਤ ਇੰਪੋਰਟੈਂਟ ਹੈ। ਭਾਰਤ ਵਿੱਚ ਕਿਸ ਤਰ੍ਹਾਂ ਦਾ ਸ਼ਾਸਨ ਹੈ? ਕਾਨੂੰਨ ਦਾ ਸ਼ਾਸਨ ਹੈ, ਕਾਨੂੰਨ ਦਾ ਰਾਜ ਹੈ। ਕਾਨੂੰਨ ਦੇ ਅਕੋਰਡਿੰਗਲੀ ਸਾਰਾ ਕੰਮ ਹੁੰਦਾ। ਸਰਕਾਰਾਂ ਬਣਾਈਆਂ ਜਾਂਦੀਆਂ, ਕਾਨੂੰਨ ਦੇ ਅਨੁਸਾਰ ਬਣਾਈਆਂ ਜਾਂਦੀਆਂ ਹਨ। ਸੋ ਸੰਵਿਧਾਨ ਦੀ ਭੂਮਿਕਾ ਬਾਰੇ ਗੱਲ ਕਰੀਏ। ਸੰਵਿਧਾਨ ਸਾਨੂੰ ਹਰ ਸਮੁਦਾਇ, ਸਮੂਹ, ਸੰਘ, ਸੰਸਥਾ, ਸਰਕਾਰ ਨੂੰ ਨਿਯਮਿਤ ਕਰਨ ਲਈ ਕਾਨੂੰਨਾਂ ਦਾ ਸੰਗ੍ਰਹਿ ਦਿੰਦਾ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਕਿਸੇ ਵੀ ਸੰਸਥਾ ਨੂੰ, ਚਾਹੇ ਉਹ ਸਰਕਾਰ ਹੈ, ਚਾਹੇ ਛੋਟੀ ਤੋਂ ਛੋਟੀ ਸੰਸਥਾ ਹੈ, ਉਹਨੂੰ ਸਹੀ ਢੰਗ ਨਾਲ, ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਕੁਝ ਨਿਯਮਾਂ ਦੀ ਲੋੜ ਪੈਂਦੀ ਹੈ। ਇਹ ਸਾਰੇ ਨਿਯਮ, ਜਿਨ੍ਹਾਂ ਨੂੰ ਅਸੀਂ ਨਿਯਮ ਫਿਕਸ ਕਰਤੇ ਤਾਂ ਕਾਨੂੰਨ ਬਣ ਗਏ, ਉਹ ਕਿੱਥੋਂ ਮਿਲਦੇ ਨੇ? ਸਾਨੂੰ ਸੰਵਿਧਾਨ ਤੋਂ ਮਿਲਦੇ ਹਨ।
ਜਾਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਵੀ ਸਾਨੂੰ ਕਾਨੂੰਨਾਂ ਦੀ ਲੋੜ ਪੈਂਦੀ ਹੈ। ਇਹ ਕਾਨੂੰਨ ਕਿੱਥੋਂ ਆਉਂਦੇ ਨੇ? ਜੋ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ ਉਹਦੇ ਅਕੋਰਡਿੰਗਲੀ ਅਸੀਂ ਇਹ ਨਿਯਮ, ਰੂਲਸ, ਰੈਗੂਲੇਸ਼ਨ ਐਂਡ ਕਾਨੂੰਨ ਬਣਾ ਸਕਦੇ ਹਾਂ। ਜਿਵੇਂ ਕਿ ਕਹਿੰਦਾ 1961 ਦੇ ਵਿੱਚ ਦਾਜ ਰੋਕੂ ਕਾਨੂੰਨ ਬਣਾਇਆ ਗਿਆ ਸੀ। ਭਾਵ ਡੋਰੀ ਨਾ ਲੈਣੀ ਹੈ ਨਾ ਦੇਣੀ ਹੈ, ਇਹ ਕਾਨੂੰਨ ਬਣਾਇਆ ਗਿਆ ਸੀ 1961 ਦੇ ਵਿੱਚ। ਇਸ ਅਨੁਸਾਰ ਦਾਜ ਲੈਣਾ ਅਤੇ ਦੇਣਾ ਦੋਨੇ ਜੁਰਮ ਨੇ। ਜੇ ਕੋਈ ਦਾਜ ਲੈਂਦਾ ਹੈ ਉਹ ਵੀ ਪੁਨਿਸ਼ੇਬਲ ਹੈ, ਜੇ ਕੋਈ ਦਾਜ ਦਿੰਦਾ ਹੈ ਉਹ ਵੀ ਪੁਨਿਸ਼ੇਬਲ ਹੈ। ਇਹਨੂੰ ਅਸੀਂ ਦਾਜ ਰੋਕੂ ਕਾਨੂੰਨ ਬੋਲਦੇ ਹਾਂ, ਜੋ 1961 ਦੇ ਵਿੱਚ ਬਣਾਇਆ ਗਿਆ ਸੀ। ਉਸੇ ਤਰ੍ਹਾਂ ਗੁਜਰਾਤ, ਹਰਿਆਣਾ ਅਤੇ ਕੇਰਲ ਸਰਕਾਰਾਂ ਦੁਆਰਾ ਇੱਕ ਕਾਨੂੰਨ ਬਣਾਇਆ ਗਿਆ ਸੀ ਸ਼ਰਾਬਬੰਦੀ ਦਾ। ਸ਼ਰਾਬ ਬੰਦ ਕਰ ਦਿੱਤੀ ਗਈ ਸੀ, ਪੀਣੀ ਅਤੇ ਵੇਚਣੀ ਉੱਤੇ ਸ਼ਰਾਬ ਬੰਦ ਕਰ ਦਿੱਤੀ। ਸੋ ਇਹ ਕਾਨੂੰਨ ਨੇ ਕਿਸ ਦੇ ਅਨੁਸਾਰ ਬਣਾਏ ਜਾਂਦੇ ਨੇ? ਭਾਰਤੀ ਸੰਵਿਧਾਨ ਦੇ ਅਨੁਸਾਰ ਬਣਾਏ ਜਾਂਦੇ ਹਨ। ਸੋ ਸੰਵਿਧਾਨ ਦੀ ਸਰਵਉੱਚਤਾ ਆਪਾਂ ਪਹਿਲਾਂ ਵੀ ਕੀਤਾ ਸੀ। ਭਾਰਤ ਵਿੱਚ ਸੰਵਿਧਾਨ ਸਭ ਤੋਂ ਉੱਪਰ ਹੈ, ਸਾਰੇ ਕਾਨੂੰਨਾਂ ਤੋਂ ਉੱਪਰ ਹੈ। ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਸਾਡੀ ਸਰਕਾਰ ਵਿੱਚ ਅਹਿਮ ਅਹੁਦਿਆਂ 'ਤੇ ਨਿਯੁਕਤੀ ਤੋਂ ਪਹਿਲਾਂ ਸੰਵਿਧਾਨ ਦੀ ਸਰਵਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ। ਬੇਟਾ, ਸਾਡੇ MLAs ਨੇ, MPs ਨੇ, ਸਾਡੇ ਪ੍ਰਾਈਮ ਮਿਨਿਸਟਰ ਜੀ ਨੇ, ਸਾਡੇ ਆਨਰੇਬਲ ਪ੍ਰੈਜ਼ੀਡੈਂਟ ਨੇ, ਸੁਪਰੀਮ ਕੋਰਟ ਦੇ ਜੱਜਿਸ ਨੇ, ਹਾਈ ਕੋਰਟ ਦੇ ਜੱਜਿਸ ਨੇ, ਸਾਡੀਆਂ ਸਾਰੀਆਂ ਵੱਡੀਆਂ ਪੁਲਿਸ ਡਿਪਾਰਟਮੈਂਟ ਹੈ। ਇਹ ਲੋਕ ਜਦੋਂ ਆਪਣੇ ਅਹੁਦਿਆਂ 'ਤੇ ਜੁਆਇਨ ਕਰਦੇ ਨੇ ਤਾਂ ਇਹਨਾਂ ਨੂੰ ਸੰਵਿਧਾਨ ਦੀ ਸ਼ਪਥ, ਸੰਵਿਧਾਨ ਦੀ ਸਰਵਉੱਚਤਾ ਅਤੇ ਸੰਵਿਧਾਨ ਨੂੰ ਸਰਵਉੱਚ ਮੰਨਣ ਦੀ ਸ਼ਪਥ ਦਿਵਾਈ ਜਾਂਦੀ ਹੈ ਵੀ ਅਸੀਂ ਸੰਵਿਧਾਨ ਦੇ ਅਨੁਸਾਰ ਹੀ ਆਪਣੀ ਡਿਊਟੀ ਨਿਭਾਵਾਂਗੇ। ਸੋ ਇਹ ਸੰਵਿਧਾਨ ਸੀ। ਹੁਣ ਸੰਵਿਧਾਨ ਦਾ ਪਹਿਰੇ ਦਾ ਬੇਟਾ, ਸੰਵਿਧਾਨ ਦੇਖੋ, ਆਪਾਂ ਗੱਲ ਕੀਤੀ ਸੀ ਵੀ ਸੰਵਿਧਾਨ ਨੇ ਸਾਨੂੰ ਸਾਰਾ ਕੁਝ ਦੇਖਿਆ। ਦੇਸ਼ ਸਾਡਾ ਸੰਵਿਧਾਨ ਦੇ ਅਕੋਰਡਿੰਗ ਹੀ ਚਲਾਇਆ ਜਾਂਦਾ ਹੈ। ਪਰ ਸੰਵਿਧਾਨ ਨੂੰ ਕੌਣ ਪ੍ਰੋਟੈਕਟ ਕਰਦਾ ਹੈ? ਸੰਵਿਧਾਨ ਦੀ ਰੱਖਿਆ ਕੌਣ ਕਰਦਾ ਹੈ? ਨਿਆਂਪਾਲਿਕਾ। ਕਹਿੰਦਾ ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਅਕ ਬਣਾ ਕੇ ਬਹੁਤ ਸਾਰੇ ਅਧਿਕਾਰ, ਜਿਵੇਂ ਕਿ ਸੰਵਿਧਾਨ ਦੀ ਰੱਖਿਆ ਕਰਨਾ, ਵਿਆਖਿਆ ਕਰਨਾ, ਐਕਸਪਲੇਨੇਸ਼ਨ ਕਰਨਾ, ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਦਿੱਤਾ ਗਿਆ ਹੈ। ਸਾਡੇ ਸੰਵਿਧਾਨ ਦੀ ਰੱਖਿਆ ਕੌਣ ਕਰਦੀ ਹੈ? ਨਿਆਂਪਾਲਿਕਾ। ਸਾਡੀਆਂ ਕੋਰਟਸ, ਸਾਡੀਆਂ ਅਦਾਲਤਾਂ ਸੰਵਿਧਾਨ ਦੀ ਰੱਖਿਆ ਕਰਦੀਆਂ ਨੇ। ਪੁਨਰ ਨਿਰੀਖਣ ਤੋਂ ਭਾਵ ਹੈ ਜੇਕਰ ਵਿਧਾਨ ਮੰਡਲ, ਸਾਡੇ ਕਾਨੂੰਨ ਬਣਾਉਣ ਵਾਲੇ ਵੱਲੋਂ ਬਣਾਇਆ ਗਿਆ ਕਾਨੂੰਨ, ਉਹਨਾਂ ਨੇ ਕਾਨੂੰਨ ਬਣਾਤਾ, ਜਾਂ ਕਾਰਜਪਾਲਿਕਾ ਉਹਨਾਂ ਨੂੰ ਲਾਗੂ ਕਰਨ ਵਾਲਿਆਂ ਦੁਆਰਾ ਕੀਤੇ ਗਏ ਆਦੇਸ਼ ਸੰਵਿਧਾਨ ਦੀ ਉਲੰਘਣਾ ਕਰਦੇ ਹੋਣ, ਭਾਵ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਉਹਦੇ ਅਕੋਰਡਿੰਗਲੀ ਉਹ ਕਾਨੂੰਨ ਨਾ ਬਣਾਇਆ ਗਿਆ ਹੋਵੇ, ਉਹਦੇ ਅਕੋਰਡਿੰਗਲੀ ਉਹਨੂੰ ਐਗਜ਼ੀਕਿਊਟ ਨਾ ਕੀਤਾ ਗਿਆ, ਲਾਗੂ ਨਾ ਕੀਤਾ ਜਾਵੇ, ਤਾਂ ਅਜਿਹੇ ਕਾਨੂੰਨਾਂ ਜਾਂ ਆਦੇਸ਼ਾਂ ਨੂੰ ਨਿਆਂਪਾਲਿਕਾ ਦੁਆਰਾ ਅਸੰਵਿਧਾਨਿਕ ਘੋਸ਼ਿਤ ਕੀਤਾ ਜਾ ਸਕਦਾ ਹੈ ਜਾਂ ਅਸੰਵਿਧਾਨਿਕ ਘੋਸ਼ਿਤ ਕਰਦੀ ਹੈ। ਉਹਦੇ ਸ਼ਬਦ ਗਲਤ, ਇਹਨੂੰ ਠੀਕ ਮਾੜਾ ਚੈੱਕ ਕਰ ਲਿਓ। ਸੋ ਇਸੇ ਕਰਕੇ ਜਿਹੜੀ ਨਿਆਂਪਾਲਿਕਾ ਹੈ ਉਸ ਨੂੰ ਅਸੀਂ ਸੰਵਿਧਾਨ ਦੀ ਪਹਿਰੇਦਾਰ ਵੀ ਉਹ ਆਖਦੇ ਹਾਂ। ਸਾਡੇ ਦੇਸ਼ ਦੇ ਵਿੱਚ ਇੱਕ ਸੁਪਰੀਮ ਕੋਰਟ ਹੈ ਜਿਹਨੂੰ ਅਸੀਂ ਸਰਵਉੱਚ ਅਦਾਲਤ ਆਖਦੇ ਹਾਂ, ਨਵੀਂ ਦਿੱਲੀ ਦੇ ਵਿੱਚ ਹੈ। ਉਸੇ ਤਰ੍ਹਾਂ ਵੱਖ-ਵੱਖ ਰਾਜਾਂ ਦੀਆਂ ਕੁੱਲ 25 ਉੱਚ ਅਦਾਲਤਾਂ ਹਨ। ਇਹ ਰਾਜ ਦੇ ਹੈੱਡਕੁਆਟਰ ਦੇ ਰਾਜ ਦੀ ਰਾਜਧਾਨੀ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ। ਸੋ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਸੰਵਿਧਾਨ ਅਤੇ ਲੋਕਤੰਤਰ ਬੜਾ ਇੰਪੋਰਟੈਂਟ ਹੈ। ਲੋਕਤੰਤਰ ਕੀ ਹੁੰਦਾ? ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਰਾਜ। ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਲਾਗੂ ਕੀਤਾ ਗਿਆ ਹੈ। ਕਹਿੰਦਾ ਸੰਵਿਧਾਨ ਦੇ ਅਨੁਸਾਰ ਸਾਡੇ ਦੇਸ਼ ਵਿੱਚ ਪੂਰਨ ਲੋਕਤੰਤਰੀ ਰਾਜ ਲਾਗੂ ਕੀਤਾ ਗਿਆ ਹੈ। ਸੰਵਿਧਾਨ ਦੇ ਅਨੁਸਾਰ ਲੋਕਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਨੇ ਅਤੇ 6 ਮੌਲਿਕ ਫੰਡਾਮੈਂਟਲ ਰਾਈਟਸ ਵੀ ਦਿੱਤੇ ਗਏ ਹਨ, ਜਿਨ੍ਹਾਂ ਦੇ ਵਿੱਚੋਂ ਵੋਟ ਪਾਉਣ ਦਾ ਅਧਿਕਾਰ ਨੂੰ ਲੋਕਤੰਤਰ ਦਾ ਆਧਾਰ ਵੀ ਮੰਨਿਆ ਜਾਂਦਾ ਹੈ। ਸਾਡੇ ਵਿੱਚ 18 ਸਾਲ ਦੇ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਜਿਹਦੀ ਉਮਰ 18 ਸਾਲ ਹੋ ਜਾਂਦੀ ਹੈ ਉਹਨੂੰ ਬਿਨਾਂ ਕਿਸੇ ਭੇਦਭਾਵ ਤੋਂ ਵੋਟ ਪਾਉਣ ਦਾ ਅਧਿਕਾਰ ਹੈ। ਵੋਟ ਪਾਉਣਾ ਹੀ ਲੋਕਤੰਤਰ ਦਾ ਮੁੱਖ ਆਧਾਰ ਹੈ। ਸੋ ਸੰਵਿਧਾਨ ਨੇ ਸਾਡੇ ਦੇਸ਼ ਵਿੱਚ ਕੀ ਲਾਗੂ ਕੀਤਾ ਹੈ? ਲੋਕਤੰਤਰ ਲਾਗੂ ਕੀਤਾ ਗਿਆ ਹੈ। ਬੇਟਾ, ਇਸ ਤੋਂ ਮਗਰੋਂ ਤੁਹਾਡਾ ਹਿਸਟੋਰੀਕਲ ਆ ਗਿਆ ਵੀ ਭਾਰਤ ਵਿੱਚ ਗਾਂਧੀ ਜੀ ਨੇ ਕੰਟਰੀਬਿਊਟ ਕੀ ਕੀਤਾ ਸੀ ਉਸ ਸਮੇਂ। ਕਹਿੰਦਾ ਵੀ ਗਾਂਧੀ ਜੀ ਜਦੋਂ ਕਾਨੂੰਨ, ਇੱਕ ਵਾਰ ਅੰਗਰੇਜ਼ਾਂ ਨੇ ਨਮਕ ਦੇ ਉੱਤੇ ਕਾਨੂੰਨ ਬਣਾ ਦਿੱਤਾ ਗਿਆ ਸੀ, ਸੋ ਉਹ ਗਾਂਧੀ ਜੀ ਨੇ ਉਹ ਨਮਕ ਕਾਨੂੰਨ ਤੋੜਿਆ ਸੀ, ਲੂਣ ਕਾਨੂੰਨ ਤੋੜਨਾ। ਗਾਂਧੀ ਜੀ ਦੁਆਰਾ 5 ਅਪ੍ਰੈਲ 1930 ਵਿੱਚ ਡਾਂਡੀ ਨਾਮਕ ਸਥਾਨ 'ਤੇ ਨੂਣ ਬਣਾ ਕੇ ਨਮਕ ਕਾਨੂੰਨ, ਲੂਣ ਕਾਨੂੰਨ ਤੋੜਿਆ ਗਿਆ ਸੀ। ਅੰਗਰੇਜ਼ਾਂ ਦੀ ਵਿਰੋਧਤਾ ਕੀਤੀ ਗਈ ਸੀ ਸਵਰਾਜ ਵਾਸਤੇ। ਅਤੇ ਹੁਣ ਇਹ ਪਾਠ ਦੇ ਵਿੱਚੋਂ ਕੁਝ ਇੰਪੋਰਟੈਂਟ ਜਿਹੜੀਆਂ ਲਾਈਨਸ ਹੁੰਦੀਆਂ ਉਹ ਮੈਂ ਹਾਈਲਾਈਟ ਕੀਤੀਆਂ ਨੇ। ਜਿਵੇਂ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ, ਅਸੀਂ ਸਾਰੇ ਜਾਣਦੇ ਹਾਂ। ਆਹ ਬੜਾ ਇੰਪੋਰਟੈਂਟ ਹੈ। ਗਾਂਧੀ ਦੁਆਰਾ 1920 ਵਿੱਚ ਨਾ ਮਿਲਵਰਤਨ ਅੰਦੋਲਨ ਚਲਾਇਆ ਗਿਆ। 1930 ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਚਲਾਇਆ ਗਿਆ ਅਤੇ ਬਾਅਦ ਵਿੱਚ 1942 8 ਅਗਸਤ 8/8/1942 ਨੂੰ ਭਾਰਤ ਛੱਡੋ ਅੰਦੋਲਨ ਗਾਂਧੀ ਜੀ ਦੁਆਰਾ ਚਲਾਇਆ ਗਿਆ ਸੀ। ਅਤੇ ਇਹਦੇ ਵਿੱਚ ਇੱਕ ਕੜੀ ਸੀ। 1905 ਦਾ ਇੱਕ ਸਮਾਂ ਹੁੰਦਾ ਸੀ ਜਦੋਂ ਬੰਗਾਲ ਦੀ ਵੰਡ ਹੋਈ ਸੀ। ਬੜਾ ਇੰਪੋਰਟੈਂਟ ਹੈ ਵੀ ਬੰਗਾਲ ਦੀ ਵੰਡ ਕਦੋਂ ਹੋਈ? 1905 ਦੇ ਵਿੱਚ। ਕਿਹਨੇ ਕੀਤੀ? ਲਾਰਡ ਕਰਜ਼ਨ ਨੇ। ਸੋ ਇਸ ਚੈਪਟਰ ਨਾਲ ਕੁਝ ਮਹੱਤਵਪੂਰਨ ਇਹ ਲਾਈਨਸ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਨੋਟ ਕਰਾਈਆਂ ਨੇ। ਇਸ ਤੋਂ ਮਗਰੋਂ ਕੁਝ ਯਾਦ ਰੱਖਣ ਜੋ ਗੱਲਾਂ ਨੇ, ਪੁਆਇੰਟਸ ਟੂ ਵੀ ਰਿਮੈਂਬਰ, ਇਹ ਤੁਹਾਡੀ ਬੁੱਕ ਦੇ ਵਿੱਚੋਂ ਲਈਆਂ ਗਈਆਂ ਨੇ। ਇਹਨੂੰ ਤੁਸੀਂ ਰੀਡ ਕਰ ਲੈਣਾ। ਇਹ ਇਸੇ ਤਰ੍ਹਾਂ ਹੁੰਦੇ ਨੇ ਜਿਸ ਤਰ੍ਹਾਂ ਕੋਈ ਕੁਐਸਚਨ ਬਣ ਗਏ, ਉਹ ਸਾਰੇ ਕੁਐਸਚਨਾਂ ਦੇ ਆਨਸਰਸ ਇਹਦੇ ਵਿੱਚੋਂ ਮਿਲ ਜਾਂਦੇ ਨੇ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਤੁਸੀਂ। ਬੜੀਆਂ ਇੰਪੋਰਟੈਂਟ ਨੇ, ਇਹ ਮੇਨ ਪੁਆਇੰਟਸ ਨੇ ਚੈਪਟਰ ਦੇ। ਸੋ ਇਸ ਤੋਂ ਅੱਗੇ ਮੈਂ ਇਹਦੇ ਵਿੱਚ ਕੁਝ ਅਭਿਆਸ ਦੇ ਪ੍ਰਸ਼ਨ ਉੱਤਰ ਪਾਏ ਨੇ, ਉਹ ਤੁਸੀਂ ਇੱਥੋਂ ਮੈਚ ਕਰ ਲੈਣਾ। ਬੜੇ ਸੌਖੇ ਨੇ, ਬੜੇ ਈਜ਼ੀ ਨੇ, ਰੱਟਾ ਲਾਉਣ ਦੀ ਲੋੜ ਨਹੀਂ ਹੈ। ਇਹਨੂੰ, ਕਨਸੈਪਟ ਨੂੰ ਸਮਝੋ, ਆਪਣੀ ਲਾਈਫ ਦੇ ਨਾਲ ਜੋੜ ਕੇ ਦੇਖੋ ਵੀ ਅਸੀਂ 26 ਜਨਵਰੀ ਕਿਉਂ ਮਨਾਉਂਦੇ ਹਾਂ,
ਠੀਕ ਹੈ। ਸਾਡੇ ਸੰਵਿਧਾਨ ਨੂੰ ਬਣਾਉਣ ਲੱਗੇ ਕਿੰਨਾ ਸਮਾਂ ਲੱਗਿਆ, ਇਹ ਟਿਪਸ ਦੇ ਉੱਤੇ ਤੁਹਾਡੇ ਰਿਵਾਈਜ਼ ਹੋ ਜਾਣਗੇ ਜਦੋਂ ਤੁਸੀਂ ਉਹਨਾਂ ਨੂੰ ਧਿਆਨ ਨਾਲ ਦੇਖੋਗੇ। ਸੋ ਇਹ ਵੀ ਤੁਹਾਡੇ ਅਭਿਆਸ ਦੇ ਟਰੂ ਫਾਲਸ ਨੇ, ਉਦੋਂ ਮਗਰੋਂ MCQs ਨੇ। ਸੋ ਇਹ ਤੁਸੀਂ ਆਪਣੀ ਕਾਪੀਆਂ 'ਤੇ ਨੋਟ ਕਰ ਸਕਦੇ ਹੋ। ਅਭਿਆਸ ਦੇ ਛੋਟੇ ਪ੍ਰਸ਼ਨ ਨੇ ਜੋ ਮੈਂ ਇਹਦੇ ਵਿੱਚ ਐਡ ਕਰ ਦਿੱਤੇ ਨੇ। ਸੋ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ। ਤੁਹਾਡੇ ਲੈਵਲ ਦੀ ਹੈ, ਤੁਹਾਡੀ ਕਲਾਸ 8ਵੀਂ ਦੇ ਲੈਵਲ ਦੀ ਹੈ, ਇਹ 'ਚ ਐਕਸਟਰਾ ਕੋਈ ਚੀਜ਼ ਨਹੀਂ ਪਾਈ ਗਈ। ਅਤੇ ਇੱਕ ਦੋ ਵਾਰ ਜਦੋਂ ਵੀਡੀਓ ਦੇਖੋਗੇ ਤੁਹਾਡੇ ਇਹ ਗੱਲਾਂ ਟਿਪਸ 'ਤੇ ਯਾਦ ਹੋ ਜਾਣਗੀਆਂ ਜਦੋਂ ਉਹਨੂੰ ਆਪਣੀ ਰੀਅਲ ਲਾਈਫ ਦੇ ਨਾਲ ਮੈਚ ਕਰੋਗੇ। ਸੋ ਆਈ ਹੋਪ ਯੂ ਇੰਜੋਇਡ ਇਟ। ਸੋ ਆਈ ਰਿਕੁਐਸਟ ਟੂ ਆਲ ਆਫ ਯੂ ਟੂ ਬੀ ਐਟ ਹੋਮ, ਬੀ ਸੇਫ, ਟੇਕ ਕੇਅਰ, ਬਾਏ ਬਾਏ, ਥੈਂਕ ਯੂ ਵੈਰੀ ਮਚ।